ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤ ਸੰਗਤ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਅੱਜ ਇੱਕ ਕਹਾਣੀ ਦੇ ਮਾਧਿਅਮ ਰਾਹੀਂ ਬਹੁਤ ਵੱਡੀ ਸਿੱਖਿਆ ਦੀ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ। ਇਸ ਕਰਕੇ ਇਸ ਦਾ ਇੱਕ ਇੱਕ ਸ਼ਬਦ ਗੌਰ ਨਾਲ ਸੁਣਿਓ ਤੇ ਅੰਤ ਤੱਕ ਜ਼ਰੂਰ ਸੁਣਿਓ। ਪੁਰਾਣੇ ਸਮੇਂ ਦੀ ਗੱਲ ਹੈ, ਇੱਕ ਇਨਸਾਨ ਪੂਰੇ ਗੁਰੂ ਦੀ ਤਲਾਸ਼ ਵਿੱਚ ਦਰ ਬਦਰ ਠੋਕਰਾਂ ਖਾ ਰਿਹਾ ਸੀ। ਕਦੀ ਕਿਸੇ ਇਨਸਾਨ ਨੂੰ ਗੁਰੂ ਧਾਰਨ ਕਰਿਆ ਕਰੇ, 2 ਮਹੀਨੇ ਉਹਦੇ ਨਾਲ ਲਾਇਆ ਕਰੇ ਤੇ ਉਸ ਤੋਂ ਬਾਅਦ ਉਸ ਨੂੰ ਸਮਝ ਆ ਜਾਇਆ ਕਰੇ, ਉਸ ਦੀਆਂ ਸਿੱਖਿਆਵਾਂ ਸੁਣ ਕੇ, ਉਸ ਦੇ ਵਿਚਾਰ ਸੁਣ ਕੇ ਕਿ ਇਹ ਇਨਸਾਨ ਪੂਰਾ ਗੁਰੂ ਸਿੱਧ ਨਹੀਂ ਹੋ ਸਕਦਾ। ਇਸਨੇ ਮੈਨੂੰ ਪੂਰਾ ਗਿਆਨ ਕਿੱਥੋਂ ਦੇਣਾ, ਮੈਨੂੰ ਜੀਵਨ ਜਾਚ ਕਿੱਥੋਂ ਸਿਖਾਵੇਗਾ। ਇਸ ਤਰੀਕੇ ਨਾਲ ਉਹ ਕਦੀ ਕਿਤੇ 2 ਮਹੀਨੇ ਲਾਇਆ ਕਰੇ ਕਿਸੇ ਬੰਦੇ ਨਾਲ, ਕਿਸੇ ਨਾਲ 6 ਮਹੀਨੇ, ਤੇ ਉਸ ਨੂੰ ਪਤਾ ਲੱਗ ਜਾਇਆ ਕਰੇ ਕਿ ਇਹ ਗੁਰੂ ਬਣਨ ਦੇ ਯੋਗ ਨਹੀਂ। ਇਸ ਤਰ੍ਹਾਂ ਕਰਦੇ ਕਰਾਉਂਦੇ ਨੇ ਬਹੁਤ ਸਾਰੇ ਸਾਲ ਆਪਦੇ ਵਿਅਰਥ ਗਵਾ ਲਏ, ਪਰ ਉਸਨੇ ਤਲਾਸ਼ ਨਹੀਂ ਛੱਡੀ। ਉਸਦੇ ਮਨ ਅੰਦਰ ਇੱਕ ਖੋਜ ਸੀ ਜੋ 24 ਘੰਟੇ ਉਸ ਨੂੰ ਇਸ ਕੰਮ ਪ੍ਰਤੀ ਤੜਫਦਾ ਰੱਖਦੀ ਸੀ ਕਿ ਤੂੰ ਪੂਰੇ ਗੁਰੂ ਦੀ ਤਲਾਸ਼ ਕਰ। ਇਸੇ ਤਰੀਕੇ ਨਾਲ ਉਸ ਨੂੰ ਕਿਸੇ ਨੇ ਦੱਸ ਪਾਈ ਕਿ ਹਿਮਾਲਿਆ ਦੀਆਂ ਪਹਾੜੀਆਂ ਦੇ ਵਿੱਚ ਇੱਕ ਯੋਗੀ ਰਹਿੰਦਾ, ਉਹਨੂੰ ਹਿਮਾਲਿਅਨ ਯੋਗੀ ਕਹਿੰਦੇ ਆ, ਤੇ ਉਹ ਤੈਨੂੰ ਜ਼ਿੰਦਗੀ ਦਾ ਸਾਰ ਸਿਖਾ ਦੇਵੇਗਾ। ਉਹ ਤੈਨੂੰ ਜ਼ਿੰਦਗੀ ਦਾ ਉਹ ਸਬਕ ਦੇ ਦੇਵੇਗਾ ਜਿਹਨੂੰ ਪ੍ਰਾਪਤ ਕਰਨ ਦੇ ਲਈ ਤੂੰ ਦਰ ਬਦਰ ਠੋਕਰਾਂ ਖਾ ਰਿਹਾ, ਤੂੰ ਇੰਨੇ ਸਾਲ ਆਪਦੇ ਵਿਅਰਥ ਗਵਾ ਦਿੱਤੇ। ਹੁਣ ਉਸ ਦੇ ਮਨ ਵਿੱਚ ਇੱਕ ਨਵੀਂ ਖੋਜ ਸ਼ੁਰੂ ਹੋ ਗਈ। ਪਹਿਲਾਂ ਖੋਜ ਇਹ ਸੀ ਕਿ ਪੂਰਾ ਗੁਰੂ ਮਿਲ ਜਾਏ, ਹੁਣ ਕਿਸੇ ਨੇ ਪੂਰੇ ਗੁਰੂ ਦੀ ਦੱਸ ਪਾ ਦਿੱਤੀ ਤੇ ਉਸ ਦਾ ਪਤਾ ਟਿਕਾਣਾ ਕੋਈ ਨਹੀਂ ਸੀ। ਹਿਮਾਲਿਆ ਕਿਹੜਾ ਕੋਈ ਇੱਕ ਪਿੰਡ ਜਿੱਡਾ ਜਾਂ 2-4 ਪਿੰਡਾਂ ਜਿੱਡਾ ਸੀ ਵੀ ਉਹ ਉਸ ਨੂੰ 2-4 ਦਿਨਾਂ ਦੇ ਵਿੱਚ ਫਤਿਹ ਕਰ ਲਵੇਗਾ। ਸੋ ਉਸਨੇ ਆਪਣਾ ਨਵਾਂ ਜਿਹੜਾ ਮੰਜ਼ਿਲ ਹੈ ਉਹ ਹਿਮਾਲਿਆ ਨੂੰ ਬਣਾ ਲਿਆ। ਹਿਮਾਲਿਆ ਵਿੱਚ ਉਹ ਬਹੁਤ ਸਾਰੀਆਂ ਥਾਵਾਂ ਤੇ ਗਿਆ। ਪਹਿਲਾਂ ਉਸਨੇ ਕੁਝ ਊਠਾਂ ਦਾ ਕਾਫਲਾ ਨਾਲ ਰੱਖਿਆ ਸੀ ਤਾਂ ਕਿ ਉਸ ਨੂੰ ਆਸਾਨੀ ਹੋਵੇ ਇਸ ਯਾਤਰਾ ਦੇ ਵਿੱਚ। ਫਿਰ ਜਦੋਂ ਹਿਮਾਲਿਆ ਦੀਆਂ ਪਹਾੜੀਆਂ ਚੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਇੱਕ ਜਗ੍ਹਾ ਤੇ ਆ ਕੇ ਊਠ ਜਵਾਬ ਦੇ ਗਏ। ਉੱਥੋਂ ਉਸਨੇ ਕਿਸੇ ਤਰੀਕੇ ਨਾਲ ਕੁਝ ਘੋੜਿਆਂ ਦਾ ਇੰਤਜ਼ਾਮ ਕੀਤਾ ਤੇ ਘੋੜਿਆਂ ਨੂੰ ਲੈ ਕੇ ਪਹਾੜੀਆਂ ਚੜ੍ਹਦਾ ਰਿਹਾ, ਕਦੀ ਇੱਕ ਘੋੜੇ ਤੇ ਕਦੀ ਦੂਜੇ ਤੇ, ਕਿਉਂਕਿ ਘੋੜੇ ਥੱਕ ਜਾਂਦੇ ਸੀ। ਫਿਰ ਇੱਕ ਜਗ੍ਹਾ ਇਹੋ ਜਿਹੀ ਆਈ ਪਹਾੜੀਆਂ ਚੜ੍ਹਦਿਆਂ ਕਿ ਉਸ ਨੂੰ ਪਤਾ ਲੱਗ ਗਿਆ ਕਿ ਹੁਣ ਕਿਸੇ ਵੀ ਸਵਾਰੀ ਨੇ ਸਾਥ ਨਹੀਂ ਦੇਣਾ, ਹੁਣ ਪੈਦਲ ਚੜ੍ਹਨਾ ਪੈਣਾ। ਬਹੁਤ ਉੱਚਾ ਚਲਿਆ ਗਿਆ। ਉੱਥੇ ਇੱਕ ਪਿੰਡ ਸੀ। ਪਿੰਡ ਜਾ ਕੇ ਉਸਨੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਕਿ ਮੇਰੀ ਆਹ ਖੋਜ ਹੈ, ਆਹ ਮੇਰੀ ਤਲਾਸ਼ ਹੈ, ਤੁਸੀਂ ਜੇ ਕੋਈ ਮੇਰੀ ਮਦਦ ਕਰ ਸਕਦੇ ਹੋ ਤਾਂ ਦੱਸੋ। ਉਸ ਹਿਮਾਲਿਅਨ ਜੋਗੀ ਦਾ ਮੈਨੂੰ ਕੋਈ ਪਤਾ ਟਿਕਾਣਾ ਦੱਸ ਦਿਓ ਕਿ ਉਹ ਕਿੱਥੇ ਮਿਲੇਗਾ, ਤਾਂ ਕਿ ਮੇਰੀ ਜ਼ਿੰਦਗੀ ਦਾ ਜਿਹੜਾ ਇੱਕ ਸੁਪਨਾ ਹੈ, ਮੇਰੀ ਜ਼ਿੰਦਗੀ ਦਾ ਜਿਹੜਾ ਅਧੂਰਾਪਣ ਹੈ, ਉਸ ਨੂੰ ਮੈਂ ਪੂਰਾ ਕਰ ਸਕਾਂ। ਉਸ ਪਿੰਡ ਦੇ ਲੋਕ ਸਿਆਣੇ ਸਨ। ਉਹਨਾਂ ਕਿਹਾ ਕਿ ਉਸ ਹਿਮਾਲਿਅਨ ਜੋਗੀ ਬਾਰੇ ਅਸੀਂ ਵੀ ਸੁਣਿਆ ਪਰ ਕਦੀ ਦੇਖਿਆ ਨਹੀਂ। ਬਹੁਤ ਲੋਕ ਉਸ ਦਾ ਜ਼ਿਕਰ ਕਰਦੇ ਨੇ, ਬਹੁਤ ਲੋਕ ਉਸ ਨੂੰ ਲੱਭਣ ਆਉਂਦੇ ਨੇ, ਇਹ ਸਾਨੂੰ ਪਤਾ ਨਹੀਂ ਕਿ ਕਿੱਥੇ ਹੈ। ਹੁਣ ਲੋਕੀ ਇਸ਼ਾਰਾ ਕਰਦੇ ਨੇ, ਕੋਈ ਇੱਧਰ ਕਹਿ ਦਿੰਦਾ, ਕੋਈ ਉੱਧਰ ਕਹਿ ਦਿੰਦਾ, ਪਰ ਉਸ ਦੀ ਇੱਕ ਗੱਲ ਹੈ ਕਿ ਉਹ ਜਦੋਂ ਇੱਕ ਥਾਂ ਤੋਂ ਉਸ ਨੂੰ ਕੋਈ ਇਨਸਾਨ ਵੇਖ ਲੈਂਦਾ ਤਾਂ ਰਾਤੋਂ ਰਾਤ ਆਪਣਾ ਟਿਕਾਣਾ ਬਦਲ ਕੇ ਕਿਸੇ ਦੂਜੀ ਥਾਂ ਤੇ ਜਾ ਕੇ ਪਰਮਾਤਮਾ ਦੀ ਬਿਰਤੀ ਕਰਨ ਲੱਗ ਪੈਂਦਾ। ਹੁਣ ਇਹ ਕਹਾਣੀਆਂ ਸੱਚੀਆਂ ਨੇ ਕਿ ਝੂਠੀਆਂ ਨੇ, ਇਹਦੇ ਬਾਰੇ ਸਾਨੂੰ ਨਹੀਂ ਪਤਾ, ਕਿਉਂਕਿ ਭਾਈ ਅਸੀਂ ਆਪ ਕਦੀ ਉਹ ਹਿਮਾਲਿਅਨ ਜੋਗੀ ਦੇਖਿਆ ਨਹੀਂ। ਸੋ ਤੂੰ ਆਪਦੀ ਜਿਹੜੀ ਤਲਾਸ਼ ਹੈ ਉਹ ਤੈਨੂੰ ਇਹਨਾਂ ਦੱਸ ਸਕਦੇ ਆ ਕਿ ਉੱਤੇ ਹੋਰ ਜ਼ਿਆਦਾ ਉੱਤੇ ਜਾ ਕੇ ਚੋਟੀ ਵੱਲ ਜਿਹੜੇ ਜੰਗਲ ਨੇ ਉੱਥੇ ਤੂੰ ਚਲਿਆ ਜਾ, ਉੱਥੇ ਜਾ ਕੇ ਲੱਭ ਲਾ, ਪਰ ਖਾਣ ਪੀਣ ਲਈ ਉੱਥੇ ਕੁਛ ਨਹੀਂਗਾ। ਪੱਤੇ ਖਾਣੇ ਪੈਣੇ ਆ ਜਾਂ ਕਿਤੇ ਕਿਤਾਈ ਤੈਨੂੰ ਕੋਈ ਫਲਦਾਰ ਕੋਈ ਦਰਖਤ ਮਿਲ ਜਾਵੇਗਾ, ਉਹ ਵੀ ਜੇ ਤੈਨੂੰ ਪਰਖ ਹੋਈ ਕਿ ਕਿਹੜਾ ਦਰਖਤ ਚੰਗਾ ਹੈ, ਕਿਹੜਾ ਮਾੜਾ ਹੈ, ਕਿਹੜਾ ਫਲ ਚੰਗਾ ਹੈ, ਉਹਦੀ ਪਰਖ ਕਰਕੇ ਹੀ ਖਾਵੀਂ। ਤੇ ਉੱਥੇ ਹੋ ਸਕਦਾ ਕਿ ਤੈਨੂੰ 2 ਮਹੀਨੇ ਲੱਗ ਜਾਣ, 6 ਮਹੀਨੇ ਲੱਗ ਜਾਣ, ਹੋ ਸਕਦਾ 2 ਸਾਲ ਲੱਗ ਜਾਣ, 5 ਸਾਲ ਲੱਗ ਜਾਣ, ਕਿਉਂਕਿ ਜਿਹਦੀ ਤਲਾਸ਼ ਵਿੱਚ ਤੂੰ ਹੈ ਉਹ ਇੰਨੀ ਆਸਾਨੀ ਨਾਲ ਨਹੀਂ ਮਿਲਦਾ। ਤੇ ਅੱਗੋਂ ਉਹ ਬੰਦਾ ਉੱਤਰ ਦਿੰਦਾ ਕਿ ਮੈਂ ਪਹਿਲਾਂ ਕਈ ਸਾਲ ਵਿਅਰਥ ਗਵਾ ਲਏ ਨੇ, ਕੋਈ 2-4 ਸਾਲ ਨਹੀਂ, ਮੈਂ ਪਿਛਲੇ 30-32 ਸਾਲ ਤੋਂ ਇਸੇ ਚੀਜ਼ ਦੀ ਤਲਾਸ਼ ਵਿੱਚ ਲੱਗਿਆ ਹੋਇਆ ਹਾਂ। ਮੇਰੀ ਉਮਰ ਹੁਣ ਮੈਂ ਬੁਢਾਪੇ ਵੱਲ ਵੱਧਦਾ ਜਾਣਾ, ਮੈਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਕਿ ਸਮਾਂ ਕਿੰਨਾ ਵੀ ਲੱਗ ਜਾਵੇ। ਇੰਨੀ ਗੱਲ ਕਹਿ ਕੇ ਉਹ ਚਲਿਆ ਗਿਆ। ਉਹਨਾਂ ਦੀ ਗੱਲ ਬਿਲਕੁਲ ਸੱਚ ਹੋਈ। ਉਸਨੇ ਕਈ ਮਹੀਨੇ ਲਾ ਦਿੱਤੇ, ਬਹੁਤ ਮਹੀਨੇ ਉਹ ਖੱਜਲ ਹੁੰਦਾ ਰਿਹਾ। ਹੁਣ ਤਾਂ ਕਦੇ ਕਦਾਈ ਉਸ ਨੂੰ ਕੁਝ ਵੀ ਖਾਣ ਲਈ ਨਹੀਂ ਮਿਲਦਾ, ਕਈ ਦਿਨ, ਤੇ ਉਸ ਦੀਆਂ ਹੱਡੀਆਂ ਵੀ ਬਾਹਰ ਆ ਗਈਆਂ। ਕਦੇ ਉਹ ਕਿਸੇ ਚੋਟੀ ਦੇ ਉੱਤੇ ਚਲੇ ਜਾਇਆ ਕਰਦਾ, ਕਦੇ ਕਿਸੇ ਖੱਡ ਦੇ ਵਿੱਚ, ਕਿਸੇ ਖਾਈ ਦੇ ਵਿੱਚ ਚਲਾ ਜਾਇਆ ਕਰਦਾ, ਕਦੀ ਉਸ ਨੂੰ ਕੋਈ ਕੁਟੀਆ ਬਣੀ ਦਿਖਦੀ ਤਾਂ ਉਸ ਦੇ ਮਨ ਵਿੱਚ ਇੱਕਦਮ ਖਿਆਲ ਆਇਆ ਕਰਦਾ ਕਿ ਸ਼ਾਇਦ ਇੱਥੇ ਬੈਠਾ ਉਹ ਯੋਗੀ ਤਪੱਸਿਆ ਕਰ ਰਿਹਾ ਹੋਵੇਗਾ, ਤੇ ਪਰ ਉਹ ਹਮੇਸ਼ਾ ਉਸ ਨੂੰ ਨਿਰਾਸ਼ਾ ਹੀ ਮਿਲਦੀ। ਹੁਣ ਇੱਕ ਦਿਨ ਸਵੇਰੇ ਹੀ ਉਹ ਜਦੋਂ ਉਸ ਜੋਗੀ ਦੀ ਤਲਾਸ਼ ਲਈ ਆਇਆ ਤਾਂ ਉਸਨੇ ਇੱਕ ਚੋਟੀ ਦੇ ਉੱਤੇ ਚਲਿਆ ਗਿਆ। ਬੜਾ ਗਹਿਰਾ, ਬੜਾ ਸੰਘਣਾ ਜੰਗਲ ਸੀ ਉਸ ਪਹਾੜ ਦੀ ਚੋਟੀ ਦੇ ਉੱਤੇ। ਉਹ ਸਾਰਾ ਦਿਨ ਲੱਭਦਾ ਰਿਹਾ। ਸ਼ਾਮ ਹੋਣ ਨੂੰ ਆਈ ਤੇ ਉਸ ਨੂੰ ਇੱਕ ਤਰੀਕੇ ਦੀ ਦੈਵੀ ਜਿਹੀ ਕੁਟੀਆ ਦਿਸੀ। ਇਸ ਤਰ੍ਹਾਂ ਲੱਗਿਆ ਕਿ ਬੜੀ ਇਹ ਪਵਿੱਤਰ ਕੁਟੀਆ ਹੈ।
ਇੱਕਦਮ ਉਸਦੇ ਮਨ ਵਿੱਚ ਖਿਆਲ ਆ ਗਿਆ। ਉੱਤੇ ਕੋਈ ਲਾਲਟਨ ਵੀ ਜਗਦੀ ਪਈ ਸੀ, ਜਿਹਨੂੰ ਲਾਲਟਨ ਵੀ ਕਹਿ ਦਿੰਦੇ ਆ। ਉਹਦੇ ਮਨ ਵਿੱਚ ਖਿਆਲ ਆਇਆ ਕਿ ਜੇ ਇੱਥੇ ਲਾਲਟਨ ਜਗਦੀ ਪਈ ਹੈ ਤਾਂ ਜ਼ਰੂਰ ਜੋਗੀ ਇੱਥੇ ਹੋਵੇਗਾ, ਕਿਉਂਕਿ ਦੂਰ ਦੂਰ ਤੱਕ ਇੱਥੇ ਤਾਂ ਕੋਈ ਜਾਨਵਰ ਨਹੀਂ, ਬੰਦਾ ਤਾਂ ਦੂਰ ਦੀ ਗੱਲ ਹੈ, ਤੇ ਜੇ ਇੱਥੇ ਲਾਲਟਨ ਜਗਦੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿਸੇ ਇਨਸਾਨ ਨੇ ਜਗਾਈ ਹੋਵੇਗੀ। ਇੰਨੀ ਗੱਲਬਾਤ ਉਹ ਆਪਣੇ ਆਪ ਨਾਲ ਕਰਦਾ ਹੋਇਆ ਦੌੜਿਆ ਹੋਇਆ ਉਸ ਕੁਟੀਆ ਵੱਲ ਗਿਆ। ਕੁਟੀਆ ਦੇ ਵਿੱਚ ਅੰਦਰ ਜਾ ਕੇ ਦੇਖਿਆ ਤਾਂ ਇੱਕਦਮ ਖਾਲੀ ਸੀ, ਕੁਛ ਵੀ ਨਹੀਂ ਸੀ, ਇਕੱਲੀ ਉਹ ਲਾਲਟਨ ਜਗਦੀ ਪਈ ਸੀ। ਇੰਨੀ ਚੀਜ਼ ਦੇਖ ਕੇ ਉਹਦਾ ਮਨ ਇੱਕਦਮ ਟੁੱਟ ਗਿਆ। ਹੁਣ ਉਹ ਉਸ ਕੁਟੀਆ ਤੋਂ ਅੱਧਾ ਕੁ ਅੰਦਰ ਅੱਧਾ ਕੁ ਬਾਹਰ ਵਾਲੇ ਪਾਸੇ ਅਸਮਾਨ ਵੱਲ ਨੂੰ ਮੂੰਹ ਕਰਕੇ ਲੇਟ ਗਿਆ। ਹੁਣ ਉਹਦੇ ਮਨ ਵਿੱਚ ਖਿਆਲ ਆਇਆ ਕਿ ਸ਼ਾਇਦ ਉਹ ਜੋਗੀ ਰਿਹਾ ਹੀ ਨਹੀਂ ਹੋਵੇਗਾ, ਉਹ ਮਰ ਗਿਆ ਹੋਵੇਗਾ। ਉਹਦੇ ਮਨ ਦੀ ਜਿਹੜੀ ਸਦੀਆਂ ਦੀ ਤਲਾਸ਼ ਸੀ, ਬਹੁਤ ਸਾਲਾਂ ਤੋਂ ਇੱਕੋ ਚੀਜ਼ ਦੇ ਪਿੱਛੇ ਪਿਆ ਸੀ, ਉਹ ਇੱਕਦਮ ਉਸਨੇ ਸਮਾਪਤ ਕਰ ਲਈ ਕਿ ਬਸ ਹੁਣ ਮੈਂ ਖੋਜ ਨਹੀਂ ਕਰਨੀ, ਮੇਰੀ ਖੋਜ ਅਧੂਰੀ ਰਹਿ ਗਈ ਹੈ ਜਾਂ ਪੂਰੀ ਹੋ ਗਈ, ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ। ਬਸ ਉਸਨੇ ਆਪਣੀ ਉਹ ਖਾਹਿਸ਼ ਉੱਥੇ ਖਤਮ ਕਰ ਦਿੱਤੀ ਕਿ ਨਹੀਂ, ਮੈਨੂੰ ਪੂਰੇ ਗੁਰੂ ਦੀ ਲੋੜ ਨਹੀਂ, ਮੈਨੂੰ ਕਿਸੇ ਗਿਆਨ ਦੀ ਲੋੜ ਨਹੀਂ। ਅਚਾਨਕ ਉਹ ਦੇਖਦਾ ਹੈ ਚਾਰ ਚਫੇਰੇ। ਹੁਣ ਉਸਦੀ, ਕਿਉਂਕਿ ਉਸਦੇ ਵਿਚਾਰ ਖਤਮ ਹੋ ਗਏ ਸੀ, ਇੱਕ ਤਲਾਸ਼ ਖਤਮ ਹੋ ਗਈ ਸੀ, ਮਨ ਦੀ ਭਟਕਣ ਖਤਮ ਹੋ ਗਈ ਸੀ। ਇਸ ਕਰਕੇ ਉਸਨੇ ਆਸੇ-ਪਾਸੇ ਸੋਹਣੀਆਂ ਚੀਜ਼ਾਂ ਦੇਖਣੀਆਂ ਸ਼ੁਰੂ ਕੀਤੀਆਂ। ਉਸਨੇ ਹੁਣ ਤੱਕ ਤੇ ਖਿਆਲ ਹੀ ਨਹੀਂ ਕੀਤਾ ਸੀ ਕਿ ਉਹ ਇੰਨੀ ਸੋਹਣੀ ਘਾਟੀ ਦੇ ਵਿੱਚ ਪਹੁੰਚ ਗਿਆ। ਚਾਰ ਚਫੇਰੇ, ਬਹੁਤ ਸੋਹਣੇ ਦਰਖਤ, ਬਹੁਤ ਸੋਹਣੇ ਪੇੜ ਪੌਦੇ, ਬਹੁਤ ਹੀ ਸੋਹਣੇ ਫੁੱਲ ਖਿੜੇ ਹੋਏ ਸਨ। ਅਸਮਾਨ ਦੇ ਵਿੱਚ ਹਲਕੇ ਹਲਕੇ ਬੱਦਲ ਜਾ ਰਹੇ ਸਨ, ਕਿਉਂਕਿ ਇਹ ਵੇਲਾ ਹੁਣ ਸ਼ਾਮ ਦਾ ਸੀ। ਬੱਦਲਾਂ ਦੇ ਵਿੱਚ ਦੀ ਸੂਰਜ ਵੀ ਮਾੜੀ ਮਾੜੀ ਝਾਤ ਮਾਰ ਰਿਹਾ ਸੀ। ਚਾਨਣ ਤਾਂ ਸੀ, ਤਾਂ ਹੀ ਉਹ ਸਾਰਾ ਕੁਝ ਦੇਖ ਰਿਹਾ ਸੀ। ਅਸਮਾਨ ਵੱਲ ਦੇਖਦਾ, ਪੂਰੇ ਨੀਲੇ ਰੰਗ ਦਾ ਅਸਮਾਨ ਤੇ ਵਿੱਚ ਵਿੱਚ ਕੋਈ ਬੱਦਲ, ਬੱਦਲਾਂ ਦੇ ਅੱਗੇ ਸੂਰਜ, ਚਾਰ ਚਫੇਰੇ, ਸੁੰਦਰ ਫੁੱਲ, ਸੁੰਦਰ ਪੌਦੇ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਸਵਰਗ ਦੇ ਵਿੱਚ ਪਹੁੰਚ ਗਿਆ ਹੋਵੇ। ਹੁਣ ਉਹ ਕਦੀ ਅੱਖਾਂ ਬੰਦ ਕਰਦਾ ਹੈ, ਕਦੀ ਖੋਲਦਾ ਹੈ, ਉਹ ਸੁੰਦਰਤਾ ਨੂੰ ਤੱਕ ਰਿਹਾ। ਉਸਦੇ ਮਨ ਨੂੰ ਇੰਨਾ ਕੁ ਆਨੰਦ ਮਿਲਿਆ, ਇੰਨਾ ਕੁ ਆਨੰਦ ਮਿਲਿਆ ਜਿਹੜਾ ਉਸਨੇ ਸਾਰੀ ਜ਼ਿੰਦਗੀ ਕਦੀ ਪ੍ਰਾਪਤ ਹੀ ਨਹੀਂ ਸੀ ਕੀਤਾ। ਹੁਣ ਉਸ ਨੂੰ ਅਚਾਨਕ ਅਹਿਸਾਸ ਹੋ ਰਿਹਾ ਕਿ ਇਹੀ ਤਾਂ ਜ਼ਿੰਦਗੀ ਹੈ, ਇਹੀ ਤਾਂ ਪੂਰਾਪਣ ਹੈ। ਮੈਂ ਤਾਂ ਪਤਾ ਨਹੀਂ ਐਵੇਂ ਇੰਨਾ ਸਮਾਂ ਕਿੱਥੇ ਖੱਜਲ ਹੁੰਦਾ ਰਿਹਾ। ਅੱਖਾਂ ਬੰਦ ਕਰਦਾ ਹੈ, ਅੱਖਾਂ ਖੋਲਦਾ ਹੈ, ਅੱਖਾਂ ਬੰਦ ਕਰਦਾ ਹੈ। ਜਦੋਂ ਖੋਲਦਾ ਤਾਂ ਅਚਾਨਕ ਇੱਕ ਲਾਲ ਰੰਗ ਦਾ ਚਿਹਰਾ ਉਹਦਾ, ਇੰਨੀ ਉਸਦੇ ਚਿਹਰੇ ਤੇ ਲਾਲੀ ਦਗ ਦਗ ਕਰਦਾ ਉਸ ਇਨਸਾਨ ਦਾ ਚਿਹਰਾ ਉਹਦੇ ਸਾਹਮਣੇ ਦਿਸਦਾ, ਉਹਦੇ ਉੱਤੇ ਝੁਕਿਆ ਹੋਇਆ ਨਜ਼ਰ ਆਉਂਦਾ। ਤੇ ਉਹ ਉਸ ਨੂੰ ਪੁੱਛਦਾ ਕਿ ਕਿਉਂ ਪੁੱਤਰਾ, ਪਹੁੰਚ ਗਿਆ ਮੇਰੀ ਤਲਾਸ਼ ਕਰਦਾ ਕਰਦਾ, ਆਖਰ ਮੈਨੂੰ ਲੱਭ ਹੀ ਲਿਆ? ਤਾਂ ਅੱਗੋਂ ਉਹ ਇਨਸਾਨ ਬੋਲਦਾ ਕੁਛ ਨਹੀਂ, ਸਿਰਫ ਹਲਕਾ ਜਿਹਾ ਮੁਸਕਰਾ ਦਿੰਦਾ। ਫਿਰ ਉਹ ਪੁੱਛਦਾ ਕਿ ਕੀ ਸਵਾਲ ਨੇ ਤੇਰੇ, ਪੁੱਛ ਸਕਦਾ ਤੂੰ ਮੈਨੂੰ, ਮੈਂ ਉਹੀ ਜੋਗੀ ਹਾਂ ਜਿਹਦੇ ਲਈ ਤੂੰ ਬਹੁਤ ਸਮਾਂ ਵਿਅਰਥ ਗਵਾਇਆ ਆਪਣਾ। ਅੱਗੋਂ ਫਿਰ ਵੀ ਕੁਛ ਨਹੀਂ ਬੋਲਦਾ। ਕਹਿੰਦਾ ਤੂੰ ਮੇਰੇ ਤੋਂ ਪੁੱਛਣਾ ਕੁਛ ਨਹੀਂ? ਤਾਂ ਅੱਗੋਂ ਸਿਰ ਹਿਲਾ ਦਿੰਦਾ ਤੇ ਹਲਕਾ ਜਿਹਾ ਮੁਸਕਰਾ ਦਿੰਦਾ। ਜਦੋਂ ਸਿਰ ਹਿੱਲਿਆ ਦੇਖਦਾ ਉਹ ਜੋਗੀ ਤਾਂ ਉੱਚੀ ਉੱਚੀ ਹੱਸਣ ਲੱਗਦਾ। ਇੰਨੀ ਕੁ ਉੱਚੀ ਹੱਸਦਾ ਹੈ ਕਿ ਸਾਰੀ ਘਾਟੀ ਵਿੱਚ ਆਵਾਜ਼ ਗੂੰਜ ਜਾਂਦੀ ਹੈ। ਇਸ ਤਰ੍ਹਾਂ ਲੱਗਦਾ ਕਿ ਸਾਰੀ ਘਾਟੀ ਹੀ ਉਸ ਜੋਗੀ ਦੇ ਨਾਲ ਹੱਸ ਪਈ ਹੈ, ਮੁਸਕਰਾ ਪਈ ਹੈ। ਇਹ ਜਦੋਂ ਉਸ ਜੋਗੀ ਨੂੰ ਹੱਸਦਿਆਂ ਦੇਖਦਾ ਹੈ ਤਾਂ ਇਹਦੇ ਚਿਹਰੇ ਦੇ ਉੱਤੇ ਫਿਰ ਮੁਸਕਰਾਹਟ ਆ ਜਾਂਦੀ ਹੈ। ਉਹਦੇ ਹਾਸੇ ਨਾਲ ਇਹਨੂੰ ਵੀ ਚਾਅ ਚੜ ਜਾਂਦਾ ਤੇ ਜੋਗੀ ਕਹਿੰਦਾ ਕਿ ਮੈਨੂੰ ਉਮੀਦ ਹੈ ਕਿ ਜਿਸ ਸਵਾਲ ਦੇ ਤੂੰ ਤਲਾਸ਼ ਵਿੱਚ ਸਾਰੀ ਜ਼ਿੰਦਗੀ ਲਾ ਦਿੱਤੀ ਹੈ, ਅੱਜ ਉਸ ਸਵਾਲ ਦਾ ਜਵਾਬ ਤੈਨੂੰ ਮਿਲ ਗਿਆ ਹੋਵੇਗਾ। ਤੇ ਅੱਗੋਂ ਹਾਂ ਦੇ ਵਿੱਚ ਸਿਰ ਹਿਲਾ ਦਿੰਦਾ ਹੈ ਕਿ ਹਾਂ, ਮੈਨੂੰ ਉਸ ਸਵਾਲ ਦਾ ਉੱਤਰ ਮਿਲ ਗਿਆ। ਇਸ ਕਹਾਣੀ ਤੋਂ ਕਹਾਣੀਕਾਰ ਨੇ ਕੀ ਦੱਸਣਾ ਚਾਹਿਆ? ਕਹਾਣੀਕਾਰ ਹੀ ਦੱਸਣਾ ਚਾਹੁੰਦਾ ਹੈ ਕਿ ਆਪਾਂ ਆਪਣੇ ਜਿਹੜੇ ਅੰਦਰ ਦੀ ਭਟਕਣ ਹੈ, ਤਲਾਸ਼ ਹੈ, ਜਿਹੜੀਆਂ ਚੀਜ਼ਾਂ ਆਪਾਂ ਬਾਹਰ ਲੱਭਦੇ ਫਿਰਦੇ ਹਾਂ, ਉਹ ਸਾਡੇ ਅੰਦਰ ਹੀ ਨੇ। ਜੇ ਆਪਾਂ ਖੁਸ਼ੀ ਲੱਭਣੀ ਹੈ ਤਾਂ ਸਾਡੇ ਅੰਦਰ ਹੀ ਆ, ਬਾਹਰ ਕਿਤੇ ਨਹੀਂ। ਇੱਕ ਚੰਗੇ ਇਨਸਾਨ ਨੂੰ ਕਿਤੇ ਵੀ ਮਾੜੀ ਤੋਂ ਮਾੜੀ ਥਾਂ ਤੇ ਛੱਡ ਆਓ, ਕਿਸੇ ਸ਼ਹਿਰ ਦੇ ਕੂੜੇ ਕਰਕਟ ਦੇ ਢੇਰ ਵਿੱਚ ਵੀ ਛੱਡ ਦਿਓ ਨਾ, ਤੇ ਉਹ ਹਮੇਸ਼ਾ ਚੰਗੀ ਚੀਜ਼ ਲੱਭ ਲਿਆਵੇਗਾ। ਤੇ ਇੱਕ ਮਾੜੇ ਇਨਸਾਨ ਨੂੰ ਚਾਹੇ ਸਵਰਗਾਂ ਦੇ ਵਿੱਚ ਵੀ ਲੈ ਜਾਓ, ਉਸਨੇ ਫਿਰ ਵੀ ਉੱਥੇ ਜਾ ਕੇ ਕੋਈ ਬੁਰਾਈ ਲੱਭਣੀ ਹੈ। ਸੋ ਇਹ ਚੰਗਿਆਈ ਤੇ ਬੁਰਾਈ ਹੈ ਜਿਹੜੀ ਇਹ ਸਾਡੇ ਅੰਦਰ ਹੈ। ਹੁਣ ਅਸੀਂ ਚੰਗੇ ਆ ਕਿ ਬੁਰੇ, ਇਹਦਾ ਆਪਾਂ ਨੂੰ ਪਤਾ ਨਹੀਂ, ਇਸ ਦਾ ਆਪਾਂ ਨੂੰ ਫੈਸਲਾ ਨਹੀਂ ਆਪਾਂ ਕਰ ਸਕਦੇ ਕਿ ਆਪਾਂ ਕਿਹੜੀ ਸ਼੍ਰੇਣੀ ਵਿੱਚ ਆਉਣੇ ਆ। ਪਰ ਆਪਾਂ ਇੱਕ ਚੀਜ਼ ਜ਼ਰੂਰ ਕਰ ਸਕਦੇ ਹਾਂ, ਜਦੋਂ ਕੋਈ ਚੀਜ਼ ਸਾਨੂੰ ਚੰਗੀ ਦਿਸੇ ਤੇ ਉਹਦੀ ਤਾਰੀਫ ਕਰਦਿਆ ਕਰੀਏ, ਤੇ ਜਦੋਂ ਸਾਨੂੰ ਲੱਗਦਾ ਕਿ ਸਾਹਮਣੇ ਵਾਲੀ ਚੀਜ਼ ਬੁਰੀ ਹੈ ਕਿ ਚੰਗੀ ਹੈ ਨਹੀਂ ਪਤਾ, ਪਰ ਸਾਨੂੰ ਲੱਗਦਾ ਕਿ ਉਹ ਚੀਜ਼ ਬੁਰੀ ਹੈ, ਸਾਡੀ ਕੋਸ਼ਿਸ਼ ਹੋਵੇ ਕਿ ਉਸ ਬੁਰੀ ਚੀਜ਼ ਦੇ ਵਿੱਚੋਂ ਵੀ ਚੰਗਿਆਈ ਲੱਭ ਲਈਏ, ਤਾਂ ਸਾਡੀ ਜਿਹੜੀ ਜਮਾਤ ਹੈ, ਜਿਹੜੀ ਸ਼੍ਰੇਣੀ, ਉਸ ਦੀ ਪਰਖ ਹੋ ਜਾਵੇਗੀ ਕਿ ਅਸੀਂ ਚੰਗਿਆਂ ਵਿੱਚ ਆਉਣੇ ਹਾਂ। ਸੋ ਸਾਡੀ ਭਟਕਣ ਹੈ, ਜਿਹੜੀ ਸਾਡੀ ਤਲਾਸ਼ ਹੈ, ਸਾਡੇ ਅੰਦਰੋਂ ਹੀ ਖਤਮ ਹੋਣੀ ਹੈ, ਬਾਹਰੋਂ ਸਾਨੂੰ ਕਿਤੋਂ ਕੁਛ ਨਹੀਂ ਮਿਲਣਾ।
ਸੋ ਸਾਡਾ ਜਿਹੜਾ ਓਟ ਆਸਰਾ ਹੈ, ਸਾਡੀ ਟੇਕ ਹੈ, ਉਹ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਤੇ ਹੋਣੀ ਚਾਹੀਦੀ ਹੈ, ਗੁਰੂ ਗ੍ਰੰਥ ਸਾਹਿਬ ਤੇ ਹੋਣੀ ਚਾਹੀਦੀ ਹੈ, ਤੇ ਆਪਦੇ ਹੱਥਾਂ ਦੀ ਮਿਹਨਤ ਤੇ ਹੋਣੀ ਚਾਹੀਦੀ ਹੈ। ਹੋਰ ਕਿਸੇ ਨੇ ਸਾਨੂੰ ਕੁਝ ਨਹੀਂ ਦੇਣਾ, ਜਿੰਨਾ ਮਰਜ਼ੀ ਅਸੀਂ ਭਟਕ ਲਈਏ।